ਵਾਹਿਗੁਰੂ 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 ਵਾਹਿਗੁਰੂ। ਸੂਰਠ ਮਹਲਾ ਨਾਵਾ ਏਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਏਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਰਹਾਉ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਧਨ ਦੇਖਿਓ ਨਾਰ ਕੋ, ਸੰਗ ਛਾੜ ਸਭ ਭਾਗੇ। ਕਾਹੂ ਕਹਾ या मन बौरे को, इनसे उन्हें लगायो, दीनानाथ सकल भै भंजन, जस ताको बिसरायो। स्वान पूछ ज्यों भयो ना सूदो, बहुत जतन मैं कीनो, नानक लाज बिरद की राखो, नाम तुहारो लीनो। स्वान पूछ ज्यों भयो ना सूदो, बहुत जतन मैं कीनो, नानक लाज बिरद की राखो, नाम तुहारो लीनो। वाहिगुरु जी का खालसा, वाहिगुरु जी की फतेह। सतगुरां दी पावन पवित्र चरण शरण दे अंदर सुभाईमान गुरु सुवारे प्रेमी सतसंगी जनों, वडभागे हो आप जी सत संगत करन दा सुभाग आप जियां नूं प्राप्त होया है। गुरु सवारे गुरु के कीर्तनियां पासों आप जी ने कीर्तन सरवण कीता है। अमृत वेले सचखंड श्री हरमंदर साहिब जी के अंदर प्रकाशमान होके धन धन श्री गुरु ग्रंथ साहिब जी महाराज जी ने जो मुख वाक साडे सारियां उत्ते किरपा कीती है, ये पावन शब्द
ਸੋਰਠ ਰਾਗ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 633 ਤੇ ਸੁਭਾਈਮਾਨ ਹੈ। ਮੂਲ ਪਾਠ ਆਪ ਜੀਆਂ ਨੇ ਸਰਵਨ ਕੀਤਾ। ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੁਆਰਾ ਆਪ ਸਾਰੇ ਮਿਲ ਕੇ ਸਾਂਝੀ ਕਰੀਏ। ਜਿੰਨੇ ਸਤਸੰਗੀ ਗੁਰੂ ਚਰਨਾਂ ਵਿੱਚ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਲਾਈਵ ਪ੍ਰੋਗਰਾਮ ਦੇ ਰਾਹੀਂ ਇਸ ਸੁਭਾਗ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਇੱਕ ਵਾਰੀ ਫਿਰ ਕਿਰਪਾ ਕਰੋ, ਸਾਰੇ ਆਪਣੀ ਰਸਨਾ ਤੋਂ ਉਚਾਰਨ ਕਰੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੋਰਠ ਰਾਗ ਹੈ। ਮਹੱਲਾ ਨਾਵਾਂ ਤੋਂ ਭਾਵ ਗੁਰੂ ਨਾਨਕ ਪਾਤਸ਼ਾਹ ਜੀ ਦੇ 9ਵੇਂ ਸਰੂਪ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਇਹ ਸ਼ਬਦ ਦਾ ਰਹਾਉ ਦਾ ਪਦਾ ਹੈ। ਸ਼ਬਦ ਦਾ ਕੇਂਦਰੀ ਭਾਵ, ਸ਼ਬਦ ਦਾ ਤੱਤ ਸਾਰ ਇਸ ਰਹਾਉ ਦੇ ਪਦੇ ਵਿੱਚ ਦਿੱਤਾ ਹੋਇਆ ਹੈ। ਇਹ ਜਗ ਮੀਤ ਨਾ ਦੇਖਿਓ ਕੋਈ। ਸ਼ਬਦ ਦਾ ਸਰੂਪ ਮੇਰੇ ਸਾਹਮਣੇ ਹੈ। ਤੁਸੀਂ ਕੇਵਲ ਸੁਣ ਰਹੇ ਹੋ। ਮੀਤ ਜਗ, ਉਚਾਰਨ ਇੱਕੋ ਹੀ ਹੋਵੇਗਾ, ਪਰ ਨਾਲ ਲੱਗਾ ਹੋਇਆ ਸਿਹਾਰੀ ਜਾਂ ਔਂਕੜ ਸ਼ਬਦ ਦੇ ਅਰਥਾਂ ਨੂੰ ਤਬਦੀਲ ਕਰ ਦਿੰਦਾ ਹੈ। ਹੁਣ ਜਗ ਦੇ ਗੱਗੇ ਨੂੰ ਸਿਹਾਰੀ ਏ ਤੇ ਮੀਤ ਦੇ ਤੱਤੇ ਨੂੰ ਔਂਕੜ ਹੈ, ਜਿਸ ਦਾ ਭਾਵ ਹੈ ਇਸ ਜਗ ਵਿੱਚ ਕੋਈ ਐਸਾ ਮਿੱਤਰ ਨਹੀਂ ਜਿਹੜਾ ਆਰੰਭ ਤੋਂ ਲੈ ਕੇ ਅਖੀਰ ਤੱਕ ਨਿਭ ਜਾਵੇ। ਮਿੱਤਰ ਬੜੇ ਨੇ ਜਗਤ ਦੇ ਵਿੱਚ, ਬਹੁਤ ਮਿਲ ਜਾਣਗੇ ਗੱਲਾਂ ਬਾਤਾਂ ਵਾਲੇ, ਪਰ ਮਹਾਰਾਜ ਆਖਦੇ ਨੇ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਇਸ ਜਗ ਵਿੱਚ ਐਸਾ ਮਿੱਤਰ ਕੋਈ ਨਹੀਂ ਜਿਹੜਾ ਆਰੰਭ ਤੋਂ ਲੈ ਕੇ ਅਖੀਰ ਤੱਕ ਨਿਭ ਜਾਵੇ। ਫਿਰ ਸਾਡੇ ਮਨ ਵਿੱਚ ਸਵਾਲ ਪੈਦਾ ਹੋਵੇਗਾ, ਆ ਜੋ ਕੁਝ ਅਸੀਂ ਵੇਖ ਰਹੇ ਹਾਂ ਸੰਸਾਰ ਵਿੱਚ, ਇਹ ਸਾਰਾ ਕੁਝ ਕੀ ਹੈ?
ਅਸੀਂ ਇਸ ਨਾਲ ਕਿਉਂ ਜੁੜੇ ਹੋਏ ਹਾਂ? ਹੁਣ ਨਾਲ ਦੀ ਪੰਕਤੀ ਵਿੱਚ ਇਹ ਫੈਸਲਾ ਦੇ ਦਿੱਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਸਾਰਾ ਸੰਸਾਰ ਆਪਣੇ ਸੁਖ ਕਰਕੇ ਤੁਹਾਡੇ ਨਾਲ ਜੁੜਿਆ ਹੋਇਆ ਹੈ। ਜਦੋਂ ਪਿਆਰਿਓ ਦੁੱਖ ਆਂਦਾ ਹੈ, ਉਸ ਵੇਲੇ ਕੋਈ ਨਾਲ ਖੜਾ ਨਹੀਂ ਹੁੰਦਾ। ਦੁੱਖ ਮੈਂ ਸੰਗ ਨਾ ਹੋਈ ਤੋਂ ਭਾਵ ਉਸ ਵੇਲੇ ਸੰਗੀ ਕੋਈ ਨਹੀਂ ਬਣਦਾ, ਸਾਥੀ ਕੋਈ ਨਹੀਂ ਬਣਦਾ। ਹੁਣ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ ਕਿ ਅਸੀਂ ਜਿਹੜੇ ਦੁਨਿਆਵੀ ਮਿੱਤਰ ਨੇ, ਭਾਵੇਂ ਉਹ ਸਾਡੇ ਪਰਿਵਾਰ ਦੇ ਜੀ ਨੇ ਜਾਂ ਸੰਸਾਰੀ ਦੋਸਤ ਮਿੱਤਰ ਨੇ ਜਾਂ ਦੁਨਿਆਵੀ ਜਾਇਦਾਦ ਹੈ, ਕੀ ਇਸ ਨਾਲ ਅਸੀਂ ਸੰਬੰਧ ਨਹੀਂ ਪਾਉਣਾ? ਕੀ ਅਸੀਂ ਇਹਨਾਂ ਨਾਲ ਵਿਚਰਨਾ ਨਹੀਂ? ਨਹੀਂ, ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਇਹ ਗੱਲ ਸਾਨੂੰ ਬੜੇ ਸੁੰਦਰ ਢੰਗ ਨਾਲ ਸਮਝਾਈ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਪ੍ਰੇਮੀ ਐਸੇ ਬੈਠੇ ਹੋਏ ਨੇ ਸੰਗਤ ਦੇ ਵਿੱਚ, ਜਿਹੜੇ ਨਿਤਨੇਮ ਦੇ ਮੁਤਾਬਕ ਬਾਣੀ ਦਾ ਪਾਠ ਵੀ ਕਰਦੇ ਨੇ, ਬਾਣੀ ਦੀ ਵਿਚਾਰ ਸੁਣਦੇ ਵੀ ਨੇ, ਸੁਣਾਉਂਦੇ ਵੀ ਨੇ। ਮੈਂ ਬੇਨਤੀ ਕਰਾਂਗਾ, ਇੱਕ ਸ਼ਬਦ ਆਪਾਂ ਗੂਜਰੀ ਰਾਗ ਦੇ ਅੰਦਰ ਪੜ੍ਹਦੇ ਹਾਂ। ਗੂਜਰੀ ਰਾਗ ਦੇ ਅੰਦਰ ਭਗਤ ਤਰਲੋਚਨ ਜੀ ਦਾ ਉਹ ਸ਼ਬਦ ਹੈ, ਜਿਸ ਦਾ ਰਹਾਉ ਦਾ ਬੰਦ ਹੈ ਅਰੀ ਬਾਈ, ਗੋਬਿੰਦ ਨਾਮ ਮਤ ਬੀਸਰੈ। ਤੇ ਫਿਰ ਉੱਥੇ ਗੱਲ ਸਮਝਾਈਏ ਅੰਤ ਕਾਲ ਕਹਿ ਕੇ। ਹਰ ਪੰਕਤੀ ਦੇ ਨਾਲ ਇਹ ਸ਼ਬਦ ਵਰਤਿਆ ਅੰਤ ਕਾਲ। ਭਾਵੇਂ ਉਹ ਲక్ష్ਮੀ ਦੀ ਗੱਲ ਕੀਤੀ, ਮਾਇਆ ਦੀ ਗੱਲ ਕੀਤੀ, ਭਾਵੇਂ ਇਸਤਰੀ ਦੀ ਗੱਲ ਕੀਤੀ, ਭਾਵੇਂ ਪੁੱਤਰਾਂ ਦੀ ਗੱਲ ਕੀਤੀ, ਭਾਵੇਂ ਮਕਾਨਾਂ ਦੀ ਗੱਲ ਕੀਤੀ, ਤੇ ਅਖੀਰ ਵਿੱਚ ਜਾ ਕੇ ਫਿਰ ਨਾਰਾਇਣ ਦੀ ਗੱਲ ਕਰ ਦਿੱਤੀ, ਵਾਹਿਗੁਰੂ ਪਰਮਾਤਮਾ ਦੀ ਗੱਲ ਕੀਤੀ। ਉੱਥੇ ਇਹ ਬਚਨ ਆਪਾਂ ਪੜ੍ਹਦੇ ਹਾਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਵੇਸ਼ਵਾ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੋਕਰ ਜੋਨ ਵਲ ਵਲ ਅਵਤਰੈ, ਅੰਤ ਕਾਲ ਜੋ ਮੰਦਰ ਸਿਮਰੈ, ਮੰਦਰ ਤੋਂ ਭਾਵ ਮਕਾਨ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਮਹਾਰਾਜ ਆਖਦੇ ਨੇ ਪ੍ਰੇਤ ਜੋਨ ਵਲ ਵਲ ਅਵਤਰੈ। ਅਖੀਰ ਵਿੱਚ ਜਾ ਕੇ ਕਿਰਪਾ ਕੀਤੀ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਗਤਾ, ਪੀਤੰਬਰ ਵਾਕੈ ਹਿਰਦੇ ਵਸੈ। ਅੰਤ ਵੇਲੇ ਜਿਹੜਾ ਮਾਇਆ ਨੂੰ ਚੇਤੇ ਕਰਦਾ ਹੈ, ਮਰ ਜਾਂਦਾ ਹੈ, ਸੱਪ ਦੀ ਜੋਨ ਵਿੱਚ ਪੈ ਜਾਂਦਾ ਹੈ। ਜਿਹੜਾ ਇਸਤਰੀ ਨੂੰ ਚੇਤੇ ਕਰਦਾ ਤੇ ਮਰ ਜਾਂਦਾ, ਚੇਤਾ ਕਰਦਿਆਂ ਕਰਦਿਆਂ ਹੀ ਵੇਸਵਾ ਜੋਨ ਵੱਲ ਪੈ ਜਾਂਦਾ ਹੈ। ਜਿਹੜਾ ਅੰਤ ਕਾਲ ਲੜਕੀਆਂ ਨੂੰ ਚੇਤੇ ਕਰਦਾ ਹੈ, ਉਹ ਸੂਰਨੀ ਦੀ ਜੋਨ ਵਿੱਚ, ਸੂਕਰ ਦੀ ਜੋਨ ਵਿੱਚ ਪੈ ਜਾਂਦਾ ਹੈ। ਤੇ ਜਿਹੜਾ ਮਕਾਨਾਂ ਨੂੰ ਚੇਤੇ ਕਰਦਾ ਹੈ, ਪ੍ਰੇਤ ਦੀ ਜੋਨ ਵਿੱਚ ਪੈ ਜਾਂਦਾ ਹੈ।
ਜਿਹੜਾ ਨਰਾਇਣ ਨੂੰ ਚੇਤੇ ਕਰਦਾ ਹੈ ਮੁਕਤ ਹੋ ਜਾਂਦਾ ਹੈ। ਹੁਣ ਇਹ ਖਿਆਲ ਕਰਨਾ ਹੈ, ਸਤਿਗੁਰਾਂ ਨੇ ਸਾਡੇ ਉੱਤੇ ਬੜਾ ਪਰਉਪਕਾਰ ਕੀਤਾ ਹੈ, ਬੜੀ ਰਹਿਮਤ ਕੀਤੀ। ਸਤਿਗੁਰਾਂ ਨੇ ਕਿਹਾ ਵੀ ਛੱਡਣਾ ਨਹੀਂ ਕਿਸੇ ਨੂੰ, ਇਹਨਾਂ ਦਾ ਤਿਆਗ ਨਹੀਂ ਕਰਨਾ। ਪਰ ਇੱਕ ਗੱਲ ਚੇਤੇ ਵਿੱਚ ਰੱਖਣੀ ਹੈ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ, ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ। ਬਸ ਆਹ ਗੱਲ ਚੇਤੇ ਰੱਖਣੀ, ਸੱਚੀ ਜਿਹੜੀ ਏ ਵੀ ਇਹਨਾਂ ਦੇ ਵਿੱਚ ਰਹੋ, ਪਰ ਇਹਨਾਂ ਦੇ ਨਾਲ ਮੋਹ ਨਾ ਪਾ, ਕਿਉਂਕਿ ਅੰਤ ਵੇਲੇ ਇਹਨਾਂ ਦੇ ਵਿੱਚੋਂ ਕਿਸੇ ਨੇ ਤੇਰੇ ਨਾਲ ਨਹੀਂ ਜਾਣਾ। ਮਹਾਰਾਜ ਆਖਦੇ ਨੇ, ਤਨ ਧਨ ਜੈ ਤੋ ਕੋ ਦਿਓ ਤਾਸਿਓ ਨਿਹੋ ਨਕੀਨ, ਕਉ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਜਿਨੇ ਧਨ ਦਿੱਤਾ ਸੀ, ਜਿਨੇ ਆ ਤਨ ਦਿੱਤਾ ਸੀ, ਉਹਨੂੰ ਤਾਂ ਚੇਤੇ ਨਹੀਂ ਕੀਤਾ, ਤੇ ਹੁਣ ਆਖਰ ਦਾਵਾਂ ਡੋਲ ਹੀ ਹੋਣਾ ਹੈ ਨਾ, ਘਬਰਾਹਟ ਵਿੱਚ ਹੀ ਆਣਾ ਹੈ ਨਾ। ਕਿਉਂਕਿ ਜੇ ਉਹਨੂੰ ਚੇਤੇ ਰੱਖਾਂਗੇ ਫਿਰ ਅਵਸਥਾ ਬਣੇਗੀ, ਤੂੰ ਮੇਰੋ ਮੇਰ ਪਰਵਤ ਸੁਆਮੀ, ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ, ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਸਤਿਗੁਰੂ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਪਿਆਰਿਓ, ਇਸ ਦਾ ਇਹ ਭਾਵ ਨਹੀਂ ਕਿ ਦੁਨੀਆ ਦੇ ਵਿੱਚ ਮਿੱਤਰ ਹੈ ਹੀ ਕੋਈ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੈਸਰੀ ਰਾਗ ਦੇ ਅੰਦਰ ਆਪਾਂ ਇੱਕ ਬਚਨ ਪੜ੍ਹਦੇ ਹਾਂ, ਕੋਈ ਕੋਈ ਹੈ ਵਿਰਲਾ ਜਿਹਨੂੰ ਪਤਾ ਹੈ ਵੀ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ। ਮਹਾਰਾਜ ਨੇ ਬਹੁਤਿਆਂ ਦੀ ਗੱਲ ਨਹੀਂ ਕੀਤੀ, ਆਮ ਤੌਰ ਤੇ ਬਹੁ ਗਿਣਤੀ ਵਿਖਾਵੇ ਦੇ ਤੌਰ ਤੇ ਤਾਂ ਕਹੇਗੀ ਕਿ ਰੱਬ ਮੇਰਾ ਮਿੱਤਰ ਹੈ, ਰੱਬ ਤੇ ਮੈਨੂੰ ਆਸਰਾ ਹੈ, ਰੱਬ ਤੇ ਮੈਨੂੰ ਭਰੋਸਾ ਹੈ। ਪ੍ਰੈਕਟੀਕਲੀ ਜਦੋਂ ਸਾਧ ਸੰਗਤ ਮੌਕਾ ਬਣਦਾ ਹੈ ਨਾ, ਬਹੁਤ ਘੱਟ ਬੰਦੇ ਤੁਹਾਨੂੰ ਮਿਲਣਗੇ ਜਿਨ੍ਹਾਂ ਨੂੰ ਗੁਰੂ ਤੇ ਰੱਬ ਤੇ ਭਰੋਸਾ ਹੋਵੇਗਾ। ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਹੁਣ ਪੜ੍ਹੀ ਜਾਂਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਪਰ ਸਾਡੇ ਵਿੱਚੋਂ ਕਿੰਨੇ ਕੁ ਪ੍ਰੈਕਟੀਕਲੀ ਇਹ ਕੰਮ ਕਰਦੇ ਨੇ ਜੀਵਨ ਦੇ ਅੰਦਰ। ਸਾਨੂੰ ਤਾਂ ਕੋਈ ਬਾਹਮਣ ਕੋਲ ਭੇਜੇ, ਬਾਹਮਣ ਕੋਲ ਚਲੇ ਜਾਂਦੇ ਹਾਂ, ਮੁਸਲਮਾਨ ਕੋਲ ਭੇਜੇ, ਮੁਸਲਮਾਨ ਕੋਲ ਚਲੇ ਜਾਂਦੇ ਹਾਂ। ਆ ਤਵੀਤ ਮੁੰਦਰੀਆਂ 'ਚ ਨਗ ਇਹ ਪਾਉਣ ਦਾ ਕਾਰਨ ਕੀ? ਕਿਉਂਕਿ ਸਾਨੂੰ ਭਰੋਸਾ ਨਹੀਂ ਆਇਆ ਕਿ ਵਾਹਿਗੁਰੂ ਪਰਮਾਤਮਾ ਹੀ ਇੱਕ ਆਰੰਭ ਤੋਂ ਲੈ ਕੇ ਅਖੀਰ ਤੱਕ ਸਾਡਾ ਅਸਲੀ ਮਿੱਤਰ ਹੈ, ਅਸਲੀ ਸਾਥੀ ਹੈ, ਜਿਨਨੇ ਸਾਥ ਨਿਭਾਣਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਪਰ ਨਾਲ ਹੀ ਕਹਿ ਦਿੱਤਾ ਉਸ ਦੀ ਪਹਿਚਾਨ ਕੀ? ਜਿਨਨੇ ਰੱਬ ਨੂੰ ਆਪਣਾ ਮਿੱਤਰ ਬਣਾਇਆ, ਰੱਬ ਨੂੰ ਆਪਣਾ ਦੋਸਤ ਬਣਾਇਆ, ਰੱਬ ਨਾਲ ਮਿੱਤਰਤਾ ਪਾਈ, ਉਸ ਦੀ ਪਹਿਚਾਨ ਕੀ? ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਇਹ ਵੀ ਵਿਲੱਖਣਤਾ ਹੈ। ਇੱਕ ਪਾਸੇ ਸਵਾਲ ਕਰਨਗੇ, ਨਾਲ ਦੀ ਨਾਲ ਜਵਾਬ ਵੀ ਦੇਣਗੇ। ਪਹਿਲਾ ਸਵਾਲ ਕੀਤਾ, ਕੋਈ ਜਾਣੈ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੁਝੈ ਤਾ ਕੀ ਨਿਰਮਲ ਰੀਤ। ਜਿਸ ਉੱਤੇ ਵਾਹਿਗੁਰੂ ਪਰਮਾਤਮਾ ਪ੍ਰਸੰਨ ਹੁੰਦਾ ਹੈ, ਕਿਰਪਾ ਦੇ ਘਰ ਵਿੱਚ ਆਉਂਦਾ ਹੈ, ਉਹਨੂੰ ਇਹ ਸਮਝ ਆਂਦੀ ਜਗਤ ਵਿੱਚ ਅਸਲੀ ਮਿੱਤਰ ਕੌਣ ਹੈ। ਫਿਰ ਉਹ ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦਾ ਹੈ, ਉਸ ਦੀ ਜੀਵਨ ਜੁਗਤ ਨਿਰਮਲ ਹੋ ਜਾਂਦੀ। ਸਾਧ ਸੰਗਤ, ਐਸਾ ਮਨੁੱਖ
ਸਤਿਗੁਰਾਂ ਨੇ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ 1699 ਦੀ ਵਿਸਾਖੀ ਤੱਕ 230 ਸਾਲ ਬਣਦੇ ਨੇ। 1469 ਤੋਂ ਲੈ ਕੇ 1469 ਤੋਂ ਲੈ ਕੇ 1699 ਦੀ ਵਿਸਾਖੀ ਤੱਕ 230 ਸਾਲ ਬਣਦੇ ਨੇ। ਤੇ ਸਤਿਗੁਰੂ ਮਹਾਰਾਜ ਨੇ ਮਿਹਨਤ ਕਰਕੇ ਮੁਸ਼ੱਕਤ ਕਰਕੇ 4 ਵਰਨਾਂ ਦੇ ਵਿੱਚੋਂ ਸਾਧ ਸੰਗਤ ਜਿਹੜਾ ਮਨੁੱਖ ਲੋਕਾਂ ਦੇ ਸਾਹਮਣੇ ਲਿਆ ਕੇ ਖੜਾ ਕੀਤਾ, ਜਿਸ ਬਾਰੇ ਆਪਾਂ ਪੜ੍ਹਦੇ ਹਾਂ, ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ। ਜਿਹਨੂੰ ਮਹਾਰਾਜ ਨੇ ਆਖਿਆ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਨੀ, ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸਸ ਮਾਨੀ, ਰਤਨ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ, ਕੋਈ ਜਾਣੈ ਕਵਨ ਇਹਾ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਤਾਕਿ ਨਿਰਮਲ ਰੀਤ, ਰੀਤ ਤੋਂ ਭਾਵ ਜੀਵਨ ਜੁਗਤ ਉਸ ਦੀ ਨਿਰਮਲ ਹੋ ਜਾਂਦੀ। ਫਿਰ ਉਹਨੂੰ ਸਮਝ ਆਂਦੀ ਹੈ ਮਾਤ ਪਿਤਾ ਜਿੰਨੇ ਹਨ ਇਸ਼ਟ ਮੀਤ ਅਰ ਭਾਈ, ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ, ਮਾਤ ਪਿਤਾ ਬੰਦਪ ਸੁੱਤ ਇਸ਼ਟ ਮੀਤ ਅਰ ਭਾਈ ਜਿੰਨੇ ਨੇ, ਅੰਤ ਵੇਲੇ ਕੋਈ ਸਹਾਇਤਾ ਨਹੀਂ ਕਾਲਾ। ਇੱਥੋਂ ਤੱਕ ਮੁਕਤ ਮਾਲ, ਇਹ ਜਿੰਨੇ ਨੇ ਕੀਮਤੀ ਚੀਜ਼ਾਂ, ਹੀਰੇ ਲਾਲ ਵਗੈਰਾ, ਇਹ ਵੀ ਸਾਰੇ ਇੱਥੇ ਹੀ ਮਨ ਨੂੰ ਖੁਸ਼ ਕਰਨ ਵਾਲੇ ਨੇ। ਮੁਕਤ ਮਾਲ ਕਨਕ ਲਾਲ ਹੀਰਾ, ਮਨਰੰਜਨ ਕੀ ਮਾਇਆ, ਹਾ ਹਾ ਕਰਤ ਬਿਹਾਨੀ ਅਵਦੈ, ਤਾ ਮੈਂ ਸੰਤੋਖ ਨਾ ਪਾਇਆ, ਹਸਤ ਰਥ ਅਸਵ ਪਵਨ ਤੇਜ ਧਨੀ, ਭੂਮਨ ਚਤੁਰੰਗਾ, ਸੰਗ ਨ ਚਾਲਿਓ ਇਨ ਮੈਂ ਕਸ਼ਵੈ, ਊਰ ਸਿਧਾਇਓ ਨਾਂਗਾ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਤਾਂ ਕੈ ਹਰ ਹਰ ਗਾਈਐ, ਨਾਨਕ ਇਹਾਂ ਸੁਖ ਆਗੈ ਮੁਖ ਉਜਲ, ਸੰਗ ਸੰਤਨ ਕੈ ਪਾਈਐ, ਕਿਉਂਕਿ ਪ੍ਰੀਤਮ ਜਾਣ ਲਿਓ ਮਨ ਮਾਈ, ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ, ਬਿਪਤ ਭਰੀ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਆਪਾਂ ਬਚਨ ਪੜ੍ਹਦੇ ਹਾਂ, ਸੰਗ ਸਖਾ ਸਭ ਤਜ ਗਏ, ਕਉ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਇੱਕ ਵਾਰੀ ਸਾਰੇ ਕਿਰਪਾ ਕਰੋ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ, ਝੂਠੀ ਦੇਖੀ ਪ੍ਰੀਤ। ਗੁਰੂ ਤੇਗ ਬਹਾਦਰ ਜੀ ਮਹਾਰਾਜ, ਸੰਸਾਰੀ ਪ੍ਰੀਤਾਂ ਸਾਰੀਆਂ ਝੂਠੀਆਂ ਨੇ, ਆਪਣੇ ਹੀ ਸੁਖ ਸੋ ਸਭ ਲਾਗਿਓ। ਹਰ ਬੰਦਾ ਆਪਣੇ ਸੁਖ ਨਾਲ ਜੁੜਿਆ ਹੋਇਆ ਹੈ। ਜੋ ਸੰਸਾਰੈ ਕੈ ਕੁਟੰਬ ਮਿੱਤਰ ਭਾਈ ਦਿਸੈ ਮਨ ਮੇਰੇ, ਤੇ ਸਭ ਆਪਣੇ ਸੁਆਏ ਮਿਲਾਸਾ, ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੈ,
ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਇਹ ਤਾਂ ਗੱਲ ਕੀਤੀ ਦੁਨਿਆਵੀ ਮਿੱਤਰਾਂ ਦੀ। ਤੇ ਮਹਾਰਾਜ ਆਖਦੇ ਨੇ, ਮਨ ਮੇਰੇ ਸੇਵ ਹਰ, ਕਿਹੜਾ ਦਿਨ ਰੈਣ ਜੋ ਉਪਕਰੈ। ਉਪਕਰੈ ਤੋਂ ਭਾਵ ਅਖੀਰ ਟਾਈਮ ਤੇ ਤੈਨੂੰ ਸਾਥ ਦੇਵੇਗਾ, ਪਹੁੰਚੇਗਾ ਤੇਰੇ ਕੋਲ। ਉਸ ਦਾ ਨਾਮ ਆਪਣੇ ਜੀਵਨ ਦੇ ਅੰਦਰ ਜਪ, ਉਸ ਨੂੰ ਚੇਤੇ ਕਰ। ਸਾਧ ਸੰਗਤ, ਪਾਵਨ ਬਾਣੀ ਨੂੰ ਪੜ੍ਹੀਏ, ਗੁਰ ਇਤਿਹਾਸ ਨੂੰ ਪੜ੍ਹੀਏ। ਸਤਿਗੁਰਾਂ ਨੇ ਸਾਨੂੰ ਇਹ ਨਹੀਂ ਆਖਿਆ ਕਿ ਸੰਸਾਰ ਵਿੱਚੋਂ ਭਾਜੋ, ਸੰਬੰਧ ਤੋੜ ਦਿਓ ਆਪਣੇ ਰਿਸ਼ਤੇਦਾਰਾਂ ਨਾਲੋਂ, ਮਾਂ ਪਿਓ ਨਾਲੋਂ। ਨਹੀਂ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸ਼ਾਨੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਵਾਲੀ ਗੱਲ ਬਾਬਾ ਨਾਨਕ ਨੇ ਸਿੱਧਾਂ ਨੂੰ ਵੀ ਸਮਝਾਈ ਤੇ ਸਾਨੂੰ ਵੀ ਇਹ ਗੱਲ ਸਮਝਾਈ ਹੈ। ਰਹਾਉ ਦੇ ਬੰਦ ਵਿੱਚ ਮਹਾਰਾਜ ਕਿਰਪਾ ਕਰ ਰਹੇ ਨੇ। ਕਿਸੇ ਨੂੰ ਇਹ ਪਤਾ ਹੀ ਨਹੀਂ ਕਿ ਅਸਲ ਵਿੱਚ ਇਸ ਜੱਗ ਵਿੱਚ ਅਸਲੀ ਮਿੱਤਰ ਕੌਣ ਹੈ, ਜਿਹੜਾ ਆਰੰਭ ਤੋਂ ਲੈ ਕੇ ਅੰਤ ਤੱਕ ਸਾਥ ਦੇਣ ਵਾਲਾ ਹੈ। ਆ ਜਿੰਨੇ ਦੁਨਿਆਵੀ ਮਿੱਤਰ ਹਨ ਜਾਂ ਸੰਗੀ ਸਾਥੀ ਹਨ, ਮਹਾਰਾਜ ਕਿਰਪਾ ਕਰਦੇ ਨੇ ਸਾਰਾ ਜਗਤ ਆਪਣੇ ਸੁੱਖ ਕਰਕੇ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ। ਪਰ ਜਦੋਂ ਦੁਨਿਆਵੀ ਦੁੱਖ ਵੀ ਸੰਸਾਰ ਵਿੱਚ ਆ ਜਾਵੇ, ਕੋਈ ਸੰਗੀ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ, ਸਭ ਸਾਥ ਛੱਡ ਕੇ ਪਾਸੇ ਹੋ ਜਾਂਦੇ ਹਨ। ਰਹਾਉ ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੇ। ਕੀ ਦਾਰਾ, ਇਸਤਰੀ, ਮੀਤ, ਮਿੱਤਰ, ਪੂਤ, ਪੁੱਤਰ, ਇਹ ਜਿੰਨੇ ਵੀ ਨੇ ਧਨ ਕਰਕੇ ਤੇਰੇ ਨਾਲ ਲੱਗੇ ਹੋਏ ਨੇ, ਤੇਰੇ ਨਾਲ ਜੁੜੇ ਹੋਏ ਨੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਬਹੁਤ ਪਿਆਰਾ ਆਪਣੀ ਵਾਰਾਂ ਦੇ ਅੰਦਰ ਕੀਤਾ ਹੈ। ਇਸਤਰੀ ਪੁਰਖੈ ਦਾਮ ਹਿਤ, ਭਾਵੇਂ ਆਏ ਕਿਥਾਉ ਜਾਈ। ਕੋਈ ਜਿੱਥੇ ਮਰਜੀ ਜਾਵੇ, ਇਸਤਰੀ ਜਿੱਥੇ ਮਰਜੀ ਜਾਵੇ, ਪੁਰਖ ਜਿੱਥੇ ਮਰਜੀ ਜਾਵੇ, ਪਰ ਗੱਲ ਕੇਵਲ ਤੇ ਕੇਵਲ ਦਾਮ ਕਰਕੇ ਆ, ਦਮੜਿਆ ਕਰਕੇ ਆ, ਮਾਇਆ ਕਰਕੇ ਆ, ਧਨ ਕਰਕੇ ਆ। ਫਿਰ ਧਿਆਨ ਦੇਵਿਓ, ਇਸਤਰੀ ਪੁਰਖੈ ਦਾਮ ਹੇਤ, ਦਾਮ ਕਰਕੇ ਹੇਤ ਹੈ, ਪਿਆਰ ਹੈ, ਅੰਦਰੂਨੀ ਪਿਆਰ ਨਹੀਂ, ਦਿਲੀ ਪਿਆਰ ਨਹੀਂ। ਕਿਉਂਕਿ ਭਾਵੇਂ ਆਏ ਕਿਥਾਉ ਜਾਈ। ਭਾਈ ਸਾਹਿਬ ਇਹ ਬਚਨ ਕਰਦੇ ਨੇ ਤੇ ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਖਦੇ ਨੇ ਕਿ ਔਰਤ, ਕੀ ਮਿੱਤਰ, ਕੀ ਪੁੱਤਰ, ਇਹ ਸਾਰੇ ਤੇਰੇ ਨਾਲ ਧਨ ਕਰਕੇ ਜੁੜੇ ਹੋਏ ਨੇ। ਧਿਆਨ ਦੇਵਿਓ ਸਾਧ ਸੰਗਤ, ਬਦਕਿਸਮਤੀ ਨਾਲ ਕਿਸੇ ਬਜ਼ੁਰਗ ਦੇ ਕੋਲ ਬਜ਼ੁਰਗੀ ਵਿੱਚ ਪੈਸਾ ਨਾ ਹੋਵੇ, ਬਜ਼ੁਰਗੀ ਵਿੱਚ ਪੈਸਾ ਨਾ ਹੋਵੇ। ਘਰ ਦੇ ਵੀ ਜਿਹੜੇ ਨੇ ਚੁੱਕ ਕੇ ਬਿਰਧ ਆਸ਼ਰਮ ਵਿੱਚ ਭੇਜ ਦਿੰਦੇ ਨੇ, ਤੇ ਬਿਰਧ ਆਸ਼ਰਮ ਵਾਲੇ ਵੀ ਉਹਨਾਂ ਨੂੰ ਰੱਖਦੇ ਨੇ ਜਿਨ੍ਹਾਂ ਦੇ ਕੋਲ 4 ਦਮੜੇ ਹੁੰਦੇ ਨੇ। ਉਹ ਵੀ ਆਪਣੇ ਆਸ਼ਰਮ ਦੇ ਵਿੱਚ ਪੈਰ ਨਹੀਂ ਰੱਖਣ ਦਿੰਦੇ ਜਿੰਨਾ ਚਿਰ ਲਿਖ ਕੇ ਨਾ ਦੇਵੇ ਬੰਦਾ ਵੀ ਜੋ ਮੇਰੇ ਕੋਲ ਜਾਇਦਾਦ ਹੈ, ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰੀ, ਬਾਅਦ ਵਿੱਚ ਆਸ਼ਰਮ ਦੀ। ਮੇਰੀ ਬੇਨਤੀ, ਬਿਰਧ ਆਸ਼ਰਮ ਬਣੇ ਨੇ ਕਿਸ ਵਾਸਤੇ? ਇਹ ਕਲੰਕ ਹੈ ਸਮਾਜ ਨੂੰ। ਮੈਂ ਬੇਨਤੀ ਕਰ ਦੇਵਾਂ, ਮਾਂ ਪਿਓ ਨੂੰ ਪੁੱਤਰ ਸੰਭਾਲਣ, ਬੱਚੇ ਸੰਭਾਲਣ, ਤੇ ਬਿਰਧ ਆਸ਼ਰਮ ਦੇ ਵਿੱਚ ਕਿਉਂ ਜਾਣ? ਮਾਂ ਪਿਓ ਸੇਵਾ ਕਰਾਨ, ਸੇਵਾ ਕਰਾਨ ਦੇ ਲਾਇਕ ਬਣ, ਤੇ ਪੁੱਤਰ ਤੇ ਧੀਆਂ ਨੂੰਹਾਂ ਕਿਉਂ ਬਿਰਧ ਆਸ਼ਰਮ ਦੇ ਵਿੱਚ ਭੇਜਣ? ਮੈਂ ਇੱਕ ਪਾਸੇ ਗੱਲ ਨਹੀਂ ਕਰਾਂਗਾ, ਬੇਨਤੀ। ਅੱਜ ਦੋਵਾਂ ਪਾਸਿਆਂ ਤੋਂ ਇਹ ਕੰਮ ਚੱਲ ਰਿਹਾ ਹੈ ਤੇ ਕਾਰਨ ਬਣ ਰਿਹਾ ਹੈ ਸਾਧ ਸੰਗਤ, ਪੈਸਾ ਨਹੀਂ। ਜਦੋਂ ਤੱਕ ਪੈਸਾ ਹੈ ਬਾਪੂ ਜੀ, ਜਦੋਂ ਤੱਕ ਪੈਸਾ ਹੈ ਬੇਬੇ ਜੀ, ਪਰ ਜਦੋਂ ਪੈਸਾ ਨਹੀਂ ਫਿਰ ਕੋਈ ਵੀ ਨਹੀਂ। ਮਹਾਰਾਜ ਇਹ ਸਚਾਈ ਬਿਆਨ ਕਰ ਰਹੇ ਨੇ। ਔਰਤ, ਮਿੱਤਰ, ਪੁੱਤਰ
ਜਿੰਨੇ ਵੀ ਹਨ ਇਹ ਸਾਰੇ ਤੇਰੇ ਨਾਲ ਜੁੜੇ ਹੋਏ ਨੇ, ਧਨ ਕਰਕੇ ਤੇਰੇ ਕੋਲ 4 ਪੈਸੇ ਨੇ। ਜਬ ਹੀ ਨਿਰਤਨ ਦੇਖਿਓ ਨਰ ਕੋ, ਸੰਗ ਛਾੜ ਸਭ ਭਾਗੇ। ਪੈਸੇ ਵਾਲੇ ਨੂੰ ਸਾਰੇ ਸਤਿਕਾਰ ਦਿੰਦੇ ਨੇ ਤੇ ਉਹਨਾਂ ਨਾਲ ਮਿਲਾਪ ਕਰਦੇ ਨੇ, ਪਰ ਉਹੋ ਹੀ ਬੰਦਾ ਰੱਬ ਨਾ ਕਰੇ ਕਾਰੋਬਾਰ ਘਾਟੇ ਵਿੱਚ ਚਲਾ ਜਾਵੇ, ਪਦਵੀਆਂ ਖੁੱਸ ਜਾਣ, ਪਦਵੀ ਕੋਲ ਨਾ ਰਵੇ ਤੇ ਬੰਦਾ ਹੋ ਜਾਵੇ ਧਨ ਤੋਂ ਰਹਿਤ, ਤੇ ਫਿਰ ਜਿਹੜੇ ਪਹਿਲਾਂ ਜੀ ਕਰਦੇ ਸੀ ਨਾ ਸਭ ਛੱਡ ਕੇ ਚਲੇ ਜਾਂਦੇ ਨੇ, ਕੋਈ ਨੇੜੇ ਨਹੀਂ ਲੱਗਦਾ। ਕਾਹੂ ਕਹਾ ਇਆ ਮਨ ਬੌਰੇ ਕੋ, ਇਨ ਸਿਉ ਨੇਹੂ ਲਗਾਇਓ। ਪਰ ਮਹਾਰਾਜ ਆਖਦੇ ਨੇ ਇਸ ਝੱਲੇ ਮਨ ਨੂੰ ਮੈਂ ਕੀ ਕਵਾਂ, ਇਸ ਝੱਲੇ ਮਨ ਨੂੰ ਮੈਂ ਕੀ ਆਖਾਂ, ਇਹਨੂੰ ਅਸਲੀਅਤ ਦਾ ਪਤਾ ਹੈ। ਸਾਧ ਸੰਗਤ ਮੇਰੇ ਸਹਿਤ ਆਪਾਂ ਜਿੰਨੇ ਬੈਠੇ ਹੋਏ ਹਾਂ ਜਾਂ ਜਿਹੜੇ ਕਥਾ ਸੁਣ ਰਹੇ ਨੇ, ਕੀ ਸਾਨੂੰ ਸਾਰਿਆਂ ਨੂੰ ਪਤਾ ਨਹੀਂ? ਅਸੀਂ ਸਾਰੇ ਜਾਣਦੇ ਹਾਂ ਕਿ ਅਖੀਰ ਵਿੱਚ ਹੁੰਦਾ ਕੀ, ਸਾਨੂੰ ਸਾਰਿਆਂ ਨੂੰ ਪਤਾ ਹੈ। ਤੇ ਮਹਾਰਾਜ ਇਹ ਗੱਲ ਕਹਿ ਰਹੇ ਨੇ, ਇਸ ਬੌਰੇ ਮਨ ਨੂੰ, ਝੱਲੇ ਮਨ ਨੂੰ ਮੈਂ ਕੀ ਦੱਸਾਂ, ਇਹਨੂੰ ਕੀ ਸਿਖਾਵਾਂ, ਕਿਉਂਕਿ ਇਹਨੂੰ ਸਭ ਕੁਝ ਪਤਾ ਹੈ। ਕਹਿਣ ਤੋਂ ਭਾਵ ਇਹ, ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਫਲਾਣਾ ਬੰਦਾ ਮਚਲਾ ਹੈ, ਮਚਲਾ, ਪਤਾ ਇਹਨੂੰ ਸਾਰਾ ਕੁਝ ਹੈ, ਮਚਲਾ ਹੋ ਕੇ ਸਾਡੇ ਨਾਲ ਸਵਾਲ ਜਵਾਬ ਕਰਦਾ ਪਿਆ। ਇਹ ਮਨ ਜਿਹੜਾ ਨਾ ਐਸਾ ਚੰਚਲ ਹੈ, ਮਹਾਰਾਜ ਕਹਿੰਦੇ ਨੇ ਪਤਾ ਇਹਨੂੰ ਸਾਰਾ ਹੈ। ਜਾਣਤ ਹੀ ਸਭ ਬਾਤ ਔਗਣ ਕਰੇ, ਕਾਹੇ ਕੀ ਕੁਸ਼ਲਾਤ ਹਾਥ ਦੀਪ ਕੂਏ ਪਰੇ। ਪਤਾ ਸਾਰਿਆਂ ਨੂੰ ਹੈ ਕਿ ਮਨ ਦੀ ਹਾਲਤ ਕੀ ਹੈ, ਅਸੀਂ ਜਾਣਦੇ ਹਾਂ। ਅਸਲੀਅਤ ਤੋਂ ਜਾਣੂ ਹਾਂ, ਪਰ ਅਸੀਂ ਢੀਠ ਬੜੇ ਹਾਂ। ਭਗਤ ਰਵਿਦਾਸ ਜੀ ਨੇ ਇੱਕ ਗੱਲ ਬੜੀ ਬਹੁਤ ਸੁੰਦਰ ਕਹੀ ਹੈ, ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜਹੂ ਨਹੀਂ ਹਾਰਿਓ। ਵਿਕਾਰ ਮਨ ਨੂੰ ਬੜੀ ਮਾਰ ਮਾਰਦੇ ਨੇ, ਬੜੀ ਮਾਰ ਖਾਂਦਾ ਹੈ। ਵਿਕਾਰਾਂ ਕਰਕੇ ਕੁੱਟ ਵੀ ਖਾ ਲੈਂਦਾ ਹੈ, ਮਾਰ ਵੀ ਖਾ ਲੈਂਦਾ ਹੈ, ਪਰ ਫਿਰ ਵੀ ਵਿਕਾਰ ਛੱਡਣ ਦੇ ਲਈ ਤਿਆਰ ਨਹੀਂ। ਬੜਾ ਢੀਠ ਹੈ ਨਾ। ਆਪਾਂ ਵੇਖਦੇ ਹਾਂ ਮਾੜਾ ਕਰਮ ਕਰਨ ਵਾਲਿਆਂ ਦਾ ਜੋ ਹਾਲ ਹੁੰਦਾ ਹੈ, ਕਿ ਸਾਨੂੰ ਪਤਾ ਨਹੀਂ, ਅਸੀਂ ਸਾਰੇ ਜਾਣਦੇ ਹਾਂ, ਪਰ ਕੀ ਉਹਨਾਂ ਨੂੰ ਵੇਖ ਕੇ ਅਸੀਂ ਮਾੜੇ ਕੰਮ ਛੱਡ ਦਿੱਤੇ ਨੇ, ਅਸੀਂ ਮਾੜੀਆਂ ਕਰਤੂਤਾਂ ਤੋਂ ਬਚ ਗਏ? ਨਹੀਂ, ਮਹਾਰਾਜ ਕਿਰਪਾ ਕਰਦੇ ਨੇ। ਪਤਾ ਇਸ ਬੌਰੇ ਮਨ ਨੂੰ ਸਭ ਕੁਝ ਹੈ, ਝੱਲੇ ਮਨ ਨੂੰ ਸਾਰਾ ਕੁਝ ਪਤਾ ਹੈ, ਪਰ ਫਿਰ ਇਹਨਾਂ ਚੀਜ਼ਾਂ ਦੇ ਨਾਲ ਪਿਆਰ ਪਾਈ ਬੈਠਾ ਹੈ। ਦੀਨਾ ਨਾਥ ਸਕਲ ਭੈ ਭੰਜਨ, ਜਸ ਤਾਕੂ ਬਿਸਰਾਇਓ। ਇਹ ਝੱਲਾ ਮਨ ਜਿਹੜਾ ਦੀਨਾਂ ਦਾ ਨਾਥ ਹੈ, ਗਰੀਬਾਂ ਦਾ ਨਾਥ ਹੈ, ਸਾਰੇ ਦੁੱਖ ਦੂਰ ਕਰਨ ਵਾਲਾ ਹੈ, ਉਸ ਦਾ ਜਸ ਇਹਨੇ ਭੁਲਾ ਦਿੱਤਾ ਹੈ। ਕੇਵਲ ਤੇ ਕੇਵਲ ਜਗਤ ਨਾਲ ਜੁੜਿਆ ਹੋਇਆ ਹੈ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਬਹੁਤ ਜਤਨ ਮੈਂ ਕੀਨੋ। ਮਹਾਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਜਿਵੇਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਬਿਲਕੁਲ ਇਸੇ ਮਨ ਨੂੰ ਮੈਂ ਬੜਾ ਸਮਝਾਇਆ ਹੈ ਕਿ ਤੂੰ ਆ ਗਲਤ ਰਸਤਾ ਛੱਡ, ਸਹੀ ਰਸਤੇ ਤੇ ਤੁਰ, ਪਰ ਇਹਨੇ ਇੱਕ ਵੀ ਨਹੀਂ ਮੰਨੀ। ਆ ਕਈ ਵਾਰੀ ਗਲਤ ਬੰਦਿਆਂ ਵਾਸਤੇ ਜਿਹੜੀ ਆਪਣੇ ਜਿੱਦ ਨਾ ਛੱਡਣ, ਤੇ ਆਪਾਂ ਕਹਿੰਦੇ ਕੁੱਤੇ ਦੀ ਪੂਛ ਹੈ। ਇਹ ਗੱਲ ਆਪਾਂ ਆਮ ਕਹਿੰਦੇ ਹਾਂ ਨਾ ਵੀ ਇਹਨੇ ਨਹੀਂ ਸਿੱਧਾ ਹੋਣਾ। ਮਹਾਰਾਜ ਵੀ ਆਖਦੇ ਨੇ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਬਿਲਕੁਲ ਇਸੇ ਤਰ੍ਹਾਂ ਮਨ ਨੂੰ ਸਿੱਖਿਆ ਬੜੀ ਦਿੱਤੀ ਹੈ, ਉਪਦੇਸ਼ ਬੜਾ ਦਿੱਤਾ ਹੈ, ਸਮਝਾਇਆ ਬੜਾ ਹੈ, ਪਰ ਇਹ ਉਹ ਪਾਸਾ ਛੱਡ ਕੇ ਇਸ ਪਾਸੇ ਵੱਲ ਆਉਣ ਦੇ ਲਈ ਤਿਆਰ ਨਹੀਂ। ਸੰਸਾਰ ਵਾਲੇ ਪਾਸਿਓਂ ਪਲਟ ਕੇ ਕਰਤਾਰ ਵਾਲੇ ਪਾਸੇ ਆਉਣ ਨੂੰ ਤਿਆਰ ਨਹੀਂ। ਨਾਨਕ ਲਾਜ ਬਿਰਧ ਕੀ ਰਾਖੋ, ਨਾਮ ਤੁਹਾਰੋ ਲੀਨੋ। ਸਾਧ ਸੰਗਤ ਸਤਿਗੁਰੂ ਮਹਾਰਾਜ ਸਾਰੀਆਂ ਗੱਲਾਂ ਦਾ ਇਲਾਜ ਸਮਝਾਉਂਦੇ ਨੇ ਵੀ ਜਦੋਂ ਕਿਤੇ ਨਾ ਪੇਸ਼ ਜਾਵੇ, ਸਿਲੰਡਰ ਕਰ ਦਿਓ ਵਾਹਿਗੁਰੂ ਅੱਗੇ ਤੇ ਕਹਿ ਦਿਓ, ਵਾਹਿਗੁਰੂ ਜੀ ਤੁਹਾਡੇ ਤੋਂ ਬਗੈਰ ਹੋਰ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ, ਲਾਜ ਹੁਣ ਤੁਸੀਂ ਰੱਖਣੀ। ਜਿਵੇਂ ਆਪਾਂ ਪੜ੍ਹਦੇ ਆ ਨਾ
ਮਹਾਰਾਜ ਦੀ ਪਾਵਨ ਬਾਣੀ ਦੇ ਅੰਦਰ ਬੜੇ ਐਸੇ ਸ਼ਬਦ ਕਿ ਸਤਿਗੁਰੂ ਮਹਾਰਾਜ ਬਾਰ-ਬਾਰ ਆਖਦੇ ਨੇ, ਵਾਹਿਗੁਰੂ ਤੇਰੇ ਬਿਰਧ ਕਰਕੇ, ਬਿਰਧ ਬਾਣੀ ਕਰਕੇ, ਤੇਰੇ ਮੁੱਢ ਕਦੀਮੀ ਪਿਆਰ ਵਾਲੇ ਸੁਭਾਅ ਕਰਕੇ ਮੇਰਾ ਪਾਰ ਨਿਸਤਾਰਾ ਹੋਣਾ, ਨਹੀਂ ਤਾਂ ਮੇਰੇ ਵਰਗਾ ਇਸ ਭਵ ਸਾਗਰ ਤੋਂ ਪਾਰ ਨਹੀਂ ਲੰਘ ਸਕਦਾ। ਆਪਾਂ ਪੜ੍ਹਦੇ ਹਾਂ ਨਾ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ, मोसो न दीन दयाल न तो सर, मोसो अज्ञान न तो सो बिचारी, मोसो न पतत न पावन तो सर, मोसो बिकारी न तो सो उपकारी, मेरे हैं अवगन तू गुण सागर, जात रसातल ओट तुहारी। वाहिगुरु जी मैं तुहाडी शरण विच आया, अपनी शरण आए दी जिवें तुहाडा बिरध है लाज रख दिओ, मेरी भी इज्जत रख लो, मेरी भी पत रख लो, बस मेरे उत्ते ये किरपा करो मैं तुहाडा नाम जीवन दे अंदर जप सकां। साध संगत लड़ीवार विचार जो आप रोज़ सतगुरां दी पावन बाणी दी सरवण करदे हां, रामकली राग दे अंदर गुरु अर्जन देव जी महाराज दा ये पावन शब्द है। गुरु ग्रंथ साहिब जी दे मुबारक अंग 913 ते सुभाईमान है। आओ सारे आपा इस दी अखरी विचार ਰਹਿੰਦੇ ਸਮੇਂ ਦੇ ਅੰਦਰ ਸਾਂਝੀ ਕਰੀਏ ਜੀ। ਰਾਮ ਕਲੀ ਮਹੱਲਾ ਪੰਜਵਾ। ਰਾਮ ਕਲੀ ਰਾਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਕਾਹੂ ਬਿਹਾਵੈ ਰੰਗ ਰਸ ਰੂਪ। ਕਿਸੇ ਦੀ ਉਮਰ ਬਤੀਤ ਹੋ ਰਹੀ ਹੈ, ਬੀਤਦੀ ਜਾ ਰਹੀ ਹੈ, ਰੰਗਾਂ ਦੇ ਵਿੱਚ, ਭਾਵ ਰੰਗ ਰਲੀਆਂ ਦੇ ਵਿੱਚ, ਰਸ ਰਸਾਂ ਦੇ ਵਿੱਚ ਤੇ ਰੂਪ ਰੂਪ ਵੇਖ ਵੇਖ ਕੇ। ਕਾਹੂ ਬਿਹਾਵੈ ਮਾਏ ਬਾਪ ਪੂਤ। ਕਿਸੇ ਦੀ ਉਮਰ ਬਤੀਤ ਹੋ ਰਹੀ ਹੈ, ਬੀਤਦੀ ਜਾ ਰਹੀ ਹੈ, ਮਾਂ ਨਾਲ, ਪਿਓ ਨਾਲ ਤੇ ਪੁੱਤਰਾਂ ਨਾਲ ਹੇਤ ਕਰਕੇ। ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ। ਕਿਸੇ ਦੀ ਰਾਜ ਵਿੱਚ ਮਿਲਖ ਤੋਂ ਭਾਵ ਜ਼ਮੀਨ ਦੇ ਮਾਲਕ ਜਿਹੜੇ ਨੇ, ਭੂਮੀ ਦੇ ਮਾਲਕ ਜਿਹੜੇ ਨੇ, ਭੂਮੀਆਂ ਵਿੱਚ ਲੱਗ ਕੇ ਤੇ ਕਿਸੇ ਦੀ ਵਪਾਰ ਵਿੱਚ ਲੱਗ ਕੇ ਬਤੀਤ ਹੋ ਰਹੀ ਹੈ। ਸੰਤ ਬਿਹਾਵੈ ਹਰਿ ਨਾਮ ਆਧਾਰਾ। ਇਹ ਪ੍ਰਮਾਣ ਦੇ ਕੇ ਸਾਰੇ ਰੱਬ ਦੇ ਪਿਆਰਿਆਂ ਦੀ ਗੱਲ ਕੀਤੀ, ਜਿਹੜੇ ਸੰਤ ਜਨ ਨੇ, ਨਾਮ ਕਰਕੇ ਨਹੀਂ, ਜਿਨ੍ਹਾਂ ਨੇ ਸੱਚਮੁੱਚ ਬਾਣੀ ਦੇ ਮੁਤਾਬਕ ਆਪਣਾ ਜੀਵਨ ਸੰਤ ਬਣ ਕੇ ਸੰਤ ਦੇ ਰੂਪ ਵਿੱਚ ਬਤੀਤ ਕੀਤਾ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਆਖਦੇ ਨੇ ਕਿਸੇ ਦੀ ਉਮਰ ਰੰਗਾਂ ਵਿੱਚ, ਰੂਪਾਂ ਵਿੱਚ, ਰਸਾਂ ਵਿੱਚ ਬਤੀਤ ਹੋ ਰਹੀ ਹੈ, ਕਿਸੇ ਦੀ ਉਮਰ ਮਾਂ ਪਿਓ ਪੁੱਤਰਾਂ ਨਾਲ ਪਿਆਰ ਕਰਕੇ ਬਤੀਤ ਹੋ ਰਹੀ ਹੈ, ਕਿਸੇ ਦੀ ਵਪਾਰ ਨਾਲ, ਜ਼ਮੀਨਾਂ ਨਾਲ ਪਿਆਰ ਪਾ ਕੇ ਜਾਂ ਰਾਜ ਕਰਦਿਆਂ ਬਤੀਤ ਹੋ ਰਹੀ ਹੈ। ਪਰ ਜਿਹੜੇ ਸੰਤ ਨੇ ਨਾ, ਇਹ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ। ਰਚਨਾ ਸਾਚ ਬਣੀ। ਆ ਜਿਹੜੀ ਰਚਨਾ ਸੰਸਾਰ ਸ੍ਰਿਸ਼ਟੀ ਬਣੀ ਹੈ, ਇਹ ਸੱਚੇ ਵਾਹਿਗੁਰੂ ਪਰਮਾਤਮਾ ਨੇ ਆਪ ਬਣਾਈ ਹੈ। ਸਭ ਕਾ ਏਕ ਧਨੀ। ਉਹ ਵਾਹਿਗੁਰੂ ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਧਨੀ ਤੋਂ ਭਾਵ ਮਾਲਕ ਹੈ। ਜਿੱਥੇ ਉਹ ਰਚਨਾ ਕਰਨ ਵਾਲਾ ਹੈ, ਉੱਥੇ ਸਾਧ ਸੰਗਤ ਆਪ ਹੀ ਮਾਲਕ ਹੈ। ਰਹਾਉ ਕਾਹੂ ਬਿਹਾਵੈ ਬੇਦ ਅਰਬਾਦ। ਕਿਸੇ ਦੀ ਉਮਰ ਬਤੀਤ ਹੋ ਰਹੀ ਹੈ ਵੇਦਾਂ ਦੀ ਚਰਚਾ ਕਰਕੇ, ਗ੍ਰੰਥਾਂ ਦੀ ਚਰਚਾ ਕਰਕੇ। ਕਾਹੂ ਬਿਹਾਵੈ ਰਸਨਾ ਸਾਦ। ਤੇ ਕੁਝ ਐਸੇ ਲੋਕ ਨੇ ਜਿਹੜੇ ਕੇਵਲ ਤੇ ਕੇਵਲ ਜੀਭਾ ਦੇ ਸਵਾਦਾਂ ਵਿੱਚ ਹੀ ਪਏ ਹੋਏ ਹਨ। ਕਾਹੂ ਬਿਹਾਵੈ ਲਪਟ ਸੰਗ ਨਾਰੀ। ਤੇ ਬਹੁਤ ਸਾਰੇ ਕਾਮੀ ਬੰਦੇ ਜਿਹੜੇ ਹਨ, ਉਹ ਕੇਵਲ ਤੇ ਕੇਵਲ ਔਰਤਾਂ ਨੂੰ ਹੀ ਲਪਟ ਤੋਂ ਭਾਵ ਇਹਨਾਂ ਦੇ ਨਾਲ ਉਲਝ ਕੇ ਹੀ ਬਤੀਤ ਕਰ ਰਹੇ ਨੇ। ਸੰਤ ਰਚੇ ਕੇਵਲ ਨਾਮ ਮੁਰਾਰੀ। ਪਰ ਜਿਹੜੇ ਰੱਬ ਦੇ ਪਿਆਰੇ ਸੰਤ ਹਨ, ਉਹ ਆਪਣੇ ਜੀਵਨ ਦੇ ਅੰਦਰ ਸੰਸਾਰ ਵਿੱਚ ਰਹਿੰਦਿਆਂ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਖਚਤ ਰਹਿੰਦੇ ਹਨ। ਰਚੇ ਤੋਂ ਭਾਵ ਖਚਤ ਰਹਿੰਦੇ ਹਨ, ਜਪਦੇ ਰਹਿੰਦੇ ਹਨ। ਕਾਹੂ ਬਿਹਾਵੈ ਖੇਲਤ ਜੂਆ। ਕਈਆਂ ਦੀ ਉਮਰ ਜੂਆ ਖੇਲਦਿਆਂ ਬਤੀਤ ਹੋ ਜਾਂਦੀ। ਤੁਸੀਂ ਵੇਖੋਗੇ ਲੋਕ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਨੇ, ਪਰ ਜੂਆ ਖੇਡਣ ਵਾਲੇ ਜੂਆ ਖੇਡੀ ਜਾ ਰਹੇ ਨੇ।
ਮੈਂ ਬੇਨਤੀ ਕਰ ਰਿਹਾ, ਉਹਨਾਂ ਦਾ ਕੋਈ ਨਿਤਨੇਮ ਨਹੀਂ, ਕੋਈ ਵਾਹਿਗੁਰੂ ਦੀ ਯਾਦ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਕਿਸੇ ਦੀ ਉਮਰ ਜੂਆ ਖੇਡਦਿਆਂ ਬਤੀਤ ਹੋ ਰਹੀ ਹੈ। ਕਾਹੂ ਬਿਹਾਵੇ ਅਮਲੀ ਹੁਆ। ਕਈਆਂ ਦੀ ਅਮਲੇ ਪੁਣੇ ਵਿੱਚ ਭਾਵ ਅਮਲ ਦੀ ਗੰਦੀ ਲਾਨ ਜਿਹੜੀ ਨਾ ਆਪਣੇ ਨਾਲ ਲਾ ਕੇ, ਹੁਣ ਜਿਹੜਾ ਸਾਧ ਸੰਗਤ ਅਮਲ ਹੈ ਕਈ ਪ੍ਰਕਾਰ ਦਾ, ਪਰ ਮੈਂ ਬੇਨਤੀ ਕਰਾਂ ਇਹ ਨਾ ਸਮਝ ਲੈਣਾ ਕਿ ਜੂਏ ਦੀ ਗੱਲ, ਅਮਲ ਦੀ ਗੱਲ ਮਹਾਰਾਜ ਨੇ ਕਰ ਦਿੱਤੀ ਤੇ ਆਪਾਂ ਇਸ ਪਾਸੇ ਵੱਲ ਲੱਗਣਾ ਨਹੀਂ। ਇਹ ਤਾਂ ਜਿਹੜੀਆਂ ਨੇ ਸਾਰੀਆਂ ਚੀਜ਼ਾਂ ਦਾ ਰਹਿਤਨਾਮਿਆਂ ਦੇ ਅੰਦਰ ਖੰਡਨ ਕੀਤਾ ਹੋਇਆ ਹੈ। ਫਿਰ ਮੈਂ ਬੇਨਤੀ ਕਰ ਰਿਹਾ, ਪਰ ਮਹਾਰਾਜ ਗੱਲ ਕਰ ਰਹੇ ਨੇ ਉਹਨਾਂ ਲੋਕਾਂ ਦੀ ਜਿਹੜੇ ਜੂਆ ਖੇਡ ਕੇ ਉਮਰ ਬਤੀਤ ਕਰ ਰਹੇ ਨੇ, ਜਿਹੜੇ ਨਸ਼ਿਆਂ ਦੇ ਵਿੱਚ ਹੀ ਮੁਕਤ ਹੋ ਕੇ ਆਪਣਾ ਜੀਵਨ ਬਤੀਤ ਕਰ ਰਹੇ ਨੇ। ਕਾਹੂ ਬਿਹਾਵੇ ਪਰ ਦਰਬ ਚੁਰਾਈ। ਕਈਆਂ ਦੀ ਉਮਰ ਇਸ ਤਰ੍ਹਾਂ ਹੀ ਬਤੀਤ ਹੁੰਦੀ ਜਾ ਰਹੀ ਹੈ ਕਿ ਦੂਜੇ ਦਾ ਧਨ ਚੁਰਾਉਣ ਵਿੱਚ। ਮੈਂ ਹੈਰਾਨ ਹੁੰਨਾ, ਸਾਧ ਸੰਗਤ ਆਸੇ ਪਾਸੇ ਬੱਸਾਂ ਦੇ ਵਿੱਚ, ਰੇਲ ਗੱਡੀਆਂ ਦੇ ਵਿੱਚ ਜਾਂ ਹੋਰ ਜਗ੍ਹਾ ਚੋਰੀਆਂ ਹੋਣ, ਗੁਰੂ ਘਰਾਂ ਦੇ ਅੰਦਰ ਵੀ ਚੋਰੀਆਂ ਹੁੰਦੀਆਂ ਨੇ ਤੇ ਆਪ ਜੀ ਵੇਖਦੇ ਹੋ ਸੁਚੇਤ ਕਰਨ ਵਾਸਤੇ ਸੇਵਾਦਾਰ ਬਾਰ-ਬਾਰ ਕਹਿੰਦੇ ਰਹਿੰਦੇ ਨੇ ਜੇਬ ਖਤਰਿਆਂ ਤੋਂ ਬਚੋ, ਧਿਆਨ ਦੇਵਿਓ। ਮਹਾਰਾਜ ਕਿਰਪਾ ਕਰਦੇ ਨੇ, ਕਈਆਂ ਦੀ ਉਮਰ ਦੂਜਿਆਂ ਦਾ ਧਨ ਚੁਰਾਉਂਦੇ ਬਤੀਤ ਹੋ ਰਹੀ ਹੈ। ਹਰ ਜਨ ਬਿਹਾਵੇ ਨਾਮ ਧਿਆਈ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਹਰ ਜਨ ਨੇ, ਹਰੀ ਦੇ ਸੇਵਕ ਨੇ, ਉਹਨਾਂ ਦੀ ਉਮਰ ਨਾਮ ਜਪਦਿਆਂ ਬਤੀਤ ਹੁੰਦੀ ਹੈ। ਕਾਹੂ ਬਿਹਾਵੇ ਜੋਗ ਤਪ ਪੂਜਾ। ਕਈ ਜੋਗ ਭਾਵ ਜੁੜਨ ਦੀਆਂ ਸਿੱਧੀਆਂ ਰਿੱਧੀਆਂ ਵਿੱਚ ਲੱਗੇ ਹੋਏ ਨੇ, ਕਈ ਪੂਜਾ ਵਿੱਚ ਲੱਗੇ ਹੋਏ ਨੇ, ਕਈ ਤਪ ਸਾਧਨ ਵਿੱਚ ਲੱਗੇ ਹੋਏ ਨੇ। ਕਾਹੂ ਰੋਗ ਸੋਗ ਪਰਮੀਜਾ। ਕਈ ਰੋਗਾਂ ਵਿੱਚ ਤੇ ਚਿੰਤਾਵਾਂ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ। ਕਾਹੂ ਪਵਨ ਧਾਰ ਜਾਤ ਬਿਹਾਈ। ਕਈ ਜਿਹੜੇ ਨੇ ਪ੍ਰਾਣਾਯਾਮ ਕਰਦਿਆਂ ਹੀ ਆਪਣੀ ਉਮਰ ਬਤੀਤ ਕਰ ਰਹੇ ਨੇ। ਸੰਤ ਬਿਹਾਵੇ ਕੀਰਤਨ ਗਾਈ। ਪਰ ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦੀ ਉਮਰ ਬਤੀਤ ਹੁੰਦੀ ਵਾਹਿਗੁਰੂ ਦਾ ਜਸ ਕਰਕੇ, ਕੀਰਤੀ ਕਰਕੇ। ਕਾਹੂ ਬਿਹਾਵੇ ਦਿਨ ਰੈਨ ਚਾਲਤ। ਕਈ ਐਸੇ ਹਨ ਜਿਹੜੇ ਦਿਨ ਰਾਤ ਹੀ ਤੁਰੇ ਰਹਿੰਦੇ ਨੇ, ਜਿਹੜੇ ਬਹਿੰਦੇ ਹੀ ਨਹੀਂ, ਜਿਨ੍ਹਾਂ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਪਾਵਨ ਸ਼ਬਦ ਦੇ ਅੰਦਰ ਕੀਤਾ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜਨਾ ਸੋ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਦੇ ਪਿਆਰੇ, ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੈ, ਦੇਜੈ ਬੁੱਧ ਬਵੇਕਾ, ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਈ, ਤਟ ਤੀਰਥ ਸਭ ਧਰਤੀ ਭਰਮਿਓ। ਭਾਵ ਉਹ ਟਿਕਦੇ ਹੀ ਨਹੀਂ, ਨਾ ਦਿਨ ਨਾ ਰਾਤ, ਉਹ ਭਟਕਦੇ ਹੀ ਰਹਿੰਦੇ ਨੇ, ਘੁੰਮਦੇ ਹੀ ਰਹਿੰਦੇ ਨੇ। ਕਾਹੂ ਬਿਹਾਵੇ ਸੋ ਪਿੜ ਮਾਲਤ। ਤੇ ਕਈ ਐਸੇ ਨੇ ਜਿਹੜੇ ਆਸਨ ਤੇ ਬੈਠੇ ਹੀ ਰਹਿੰਦੇ ਨੇ, ਉੱਠਦੇ ਹੀ ਨਹੀਂ, ਉਹ ਆਸਨ ਹੀ ਲਾਈ ਰੱਖਦੇ ਨੇ। ਮਹਾਰਾਜ ਕਹਿੰਦੇ ਨੇ ਕਈ ਹਨ ਜਿਹੜੇ ਦਿਨ ਰਾਤ ਤੁਰੇ ਹੋਏ ਨੇ, ਤੇ ਕਈ ਐਸੇ ਨੇ ਜਿਹੜੇ ਭਾਵ ਆਸਨ ਲਾ ਕੇ ਬੈਠੇ ਹੋਏ ਨੇ। ਪਿੜ ਮਾਲਤ ਤੋਂ ਭਾਵ ਇੱਕ ਥਾਂ ਤੇ ਬੈਠੇ ਹੋਏ ਨੇ, ਕਿਤੇ ਹੋਰ ਜਾਂਦੇ ਹੀ ਨਹੀਂ। ਕਾਹੂ ਬਿਹਾਵੇ ਬਾਲ ਪੜਾਵਤ। ਕਈਆਂ ਦੀ ਉਮਰ ਬਾਲ ਪੜਾਉਂਦਿਆਂ ਬੱਚੇ ਪੜਾਉਂਦਿਆਂ ਹੀ ਬਤੀਤ ਹੋ ਜਾਂਦੀ। ਆਪਾਂ ਵੀ ਵੇਖਦੇ ਹਾਂ ਸਾਰੇ। ਮਹਾਰਾਜ ਆਖਦੇ ਨੇ ਕਈਆਂ ਦੀ ਉਮਰ ਬੱਚੇ ਪੜਾਉਂਦਿਆਂ ਹੀ ਬਤੀਤ ਹੋ ਜਾਂਦੀ ਹੈ। ਸੰਤ ਬਿਹਾਵੇ ਹਰ ਜਸ ਗਾਵਤ। ਪਰ ਜਿਹੜੇ ਸੰਤ ਨੇ, ਰੱਬ ਦੇ ਪਿਆਰੇ ਨੇ, ਉਹ ਹਰੀ ਦਾ ਜਸ ਕਰਦੇ ਨੇ, ਹਰੀ ਦੀ ਕੀਰਤੀ ਕਰਦੇ ਹਨ, ਉਹਨਾਂ ਦੀ ਉਮਰ ਰੱਬ ਦਾ ਨਾਮ ਜਪਦਿਆਂ ਬਤੀਤ ਹੁੰਦੀ ਹੈ। ਕਾਹੂ ਬਿਹਾਵੇ ਨਟ ਨਾਟਕ ਨਿਰਤੇ। ਕਈਆਂ ਦੀ ਉਮਰ ਜਿਹੜੀ ਹੈ ਇਉਂ ਹੀ ਬਤੀਤ ਹੋ ਜਾਂਦੀ ਏ ਵੀ ਉਹ ਆ ਨਾਟਕ ਵਗੈਰਾ ਹੀ ਵੇਖਦੇ ਰਹਿੰਦੇ ਨੇ, ਨੱਚਣ ਕੁੱਦਣ ਵਾਲੇ ਕੰਮ 'ਚ ਹੀ ਲੱਗੇ ਰਹਿੰਦੇ ਨੇ। ਉਹਨਾਂ ਨੂੰ ਇਹ ਚੇਤੇ ਹੀ ਨਹੀਂ ਹੁੰਦਾ ਵੀ ਹੁਣ ਹਰਿਮੰਦਰ ਸਾਹਿਬ ਤੋਂ ਨਿਤਨੇਮ ਸ਼ੁਰੂ ਹੋ ਗਿਆ ਹੈ, ਪਾਪ ਪ੍ਰਕਾਸ਼ ਹੋ ਗਿਆ, ਕੀਰਤਨ ਹੋ ਰਿਹਾ ਹੈ, ਕਥਾ ਹੋ ਰਹੀ ਹੈ। ਬਸ ਉਹਨਾਂ ਨੇ ਆਪਣਾ ਟੀਵੀ ਲਾ ਕੇ ਉਹ ਕੁਝ ਹੀ ਵੇਖੀ ਜਾਣਾ, ਨੱਚਣ ਕੁੱਦਣ ਵਾਲਾ ਕੰਮ ਹੀ। ਕਾਹੂ ਬਿਹਾਵੇ ਜੀਆ ਇਹ ਹਿਰਤੇ। ਤੇ ਕਈ ਜਿਹੜੇ ਹਨ ਉਹ ਸਾਧ ਸੰਗਤ ਜੀਆਂ ਦੀ ਚੋਰੀ, ਹਿਰਤੇ ਤੋਂ ਭਾਵ ਚੋਰੀ ਕਰਨ ਵਿੱਚ ਹੀ ਲੱਗੇ ਹੋਏ ਹਨ। ਕਾਹੂ ਬਿਹਾਵੇ ਰਾਜ ਮਹਿ ਡਰਤੇ। ਕਈਆਂ ਦੀ ਜ਼ਿੰਦਗੀ ਰਾਜ ਵਿੱਚ ਡਰਦਿਆਂ ਲੰਘ ਜਾਂਦੀ। ਤੁਸੀਂ ਵੇਖੋਗੇ ਹਰ ਵੇਲੇ ਜਿਹੜੇ ਮੁਲਾਜ਼ਮ ਨੇ, ਕੀ ਵੱਡੇ ਕੀ ਛੋਟੇ, ਇੱਕ ਦੂਜੇ ਤੋਂ ਡਰਦੇ ਰਹਿੰਦੇ ਨੇ, ਕਿਉਂਕਿ ਆਪ ਜੀ ਨੂੰ ਪਤਾ ਹੈ ਸਾਧ ਸੰਗਤ, ਬੰਦਾ ਨਿਡਰ ਤਾਂ ਉਦੋਂ ਹੁੰਦਾ ਹੈ ਨਾ ਜਦੋਂ ਉਸ ਨਾਲ ਜੁੜ ਜਾਵੇ ਜਿਹੜਾ ਨਿਡਰ ਹੈ।
ਤੇ ਨਹੀਂ ਤਾਂ ਆਪਾਂ ਵੇਖਦੇ ਹਾਂ ਥੱਲੇ ਦਰਜੇ ਤੋਂ ਲੈ ਕੇ ਉੱਪਰ ਦਰਜੇ ਤੱਕ ਸਾਰੇ ਡਰਦੇ ਰਹਿੰਦੇ ਨੇ, ਸਾਰਿਆਂ ਨੂੰ ਡਰ ਲੱਗਾ ਰਹਿੰਦਾ ਹੈ। ਮਹਾਰਾਜ ਆਖਦੇ ਨੇ ਕਈ ਜਿਹੜੇ ਹਨ, ਕਾਉ ਬਿਹਾਵੇ ਰਾਜ ਮੈਂ, ਕਾਉ ਬਿਹਾਵੇ ਰਾਜ ਮੈਂ ਡਰਤੇ। ਕਈਆਂ ਦੀ ਉਮਰ ਬਤੀਤ ਹੋ ਜਾਂਦੀ, ਹੋਣਗੇ ਰਾਜ ਦੁਆਰੇ ਤੇ ਨੌਕਰੀ ਕਰ ਰਹੇ, ਰਾਜ ਦੁਆਰ ਵਿੱਚ ਖੜੇ ਹੋਏ, ਪਰ ਡਰ ਹਰ ਵੇਲੇ, ਸਹਿਮ ਹਰ ਵੇਲੇ ਬਣਿਆ ਰਹਿੰਦਾ ਹੈ। ਸੰਤ ਬਿਹਾਵੇ ਹਰ ਜਸ ਕਰਤੇ। ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੀ ਜਿਹੜੀ ਹੈ ਉਮਰ, ਉਹ ਵਾਹਿਗੁਰੂ ਦਾ ਕੀਰਤੀ ਕਰਦਿਆਂ, ਜਸ ਕਰਦਿਆਂ ਬਤੀਤ ਹੁੰਦੀ ਹੈ। ਕਾਹੂ ਬਿਹਾਵੇ ਮਤਾ ਮਸੂਰਤ। ਕਈ ਜਿਹੜੇ ਹਨ ਉਹ ਸਾਧ ਸੰਗਤ ਆਪਣੀਆਂ ਜ਼ਰੂਰਤਾਂ ਵਾਸਤੇ ਵਿਚਾਰਾਂ ਕਰਦੇ ਰਹਿੰਦੇ ਨੇ। ਮਤਾ ਮਸੂਰਤ ਤੋਂ ਭਾਵ ਆਪਣੀਆਂ ਜਿਹੜੀਆਂ ਲੋੜਾਂ ਨੇ ਇਹਨਾਂ ਨੂੰ ਪੂਰੀਆਂ ਕਰਨ ਵਾਸਤੇ ਵਿਚਾਰਾ ਕਰਦੇ ਨੇ। ਕਾਹੂ ਬਿਹਾਵੇ ਸੇਵਾ ਜ਼ਰੂਰਤ। ਤੇ ਕਈ ਜਿਹੜੇ ਹਨ ਉਹ ਨੌਕਰੀ ਕਰਦੇ ਨੇ, ਆਪਣੀ ਸੇਵਾ ਤੋਂ ਭਾਵ ਇੱਥੇ ਨੌਕਰੀ, ਸੇਵਾ ਤੋਂ ਭਾਵ ਨੌਕਰੀ ਹੈ ਇੱਥੇ, ਭਾਵ ਕਈ ਨੌਕਰੀ ਕਰਦੇ ਨੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ। ਕਾਹੂ ਬਿਹਾਵੇ ਸੋਧਤ ਜੀਵਤ। ਕਈਆਂ ਦੀ ਉਮਰ ਖੋਜ ਕਰਨ ਵਿੱਚ ਹੀ ਲੰਘ ਜਾਂਦੀ, ਸੋਧਤ ਤੋਂ ਭਾਵ ਖੋਜ ਕਰਨ ਵਿੱਚ ਹੀ ਲੱਗ ਰਹਿੰਦੀ ਹੈ। ਉਹ ਸਾਰੀ ਜ਼ਿੰਦਗੀ ਨਵੀਆਂ ਨਵੀਆਂ ਖੋਜਾਂ ਹੀ ਕਰਦੇ ਰਹਿੰਦੇ ਹਨ। ਸੰਤ ਬਿਹਾਵੇ ਹਰ ਜਸ ਪੀਵਤ। ਪਰ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਹਨ, ਉਹਨਾਂ ਦੀ ਉਮਰ ਬਤੀਤ ਹੁੰਦੀ ਹੈ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰਦਿਆਂ, ਨਾਮ ਰਸ ਪੀਂਦਿਆਂ। ਉਹ ਤਾਂ ਆਖਦੇ ਨੇ ਰਾਮ ਰਸ ਪੀਆ ਰੇ, ਜਹ ਰਸ ਬਿਸਰ ਗਏ, ਰਸ ਔਰ ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਇਹ ਰਸ ਪੀਆ ਉਹ ਰਸ ਨਹੀਂ। ਭਾਵਾ ਵਾਲੀ ਗੱਲ ਉਹਨਾਂ ਦੀ ਬਣ ਜਾਂਦੀ ਹੈ। ਜਿਤ ਕੋ ਲਾਇਆ ਤਿਤ ਹੀ ਲਗਾਨਾ। ਫਿਰ ਧਿਆਨ ਦੇਵਿਓ, ਰਹਾਉ ਦਾ ਬੰਦ ਸੀ, ਰਚਨਾ ਸਾਚ ਬਣੀ, ਸਭ ਕਾ ਏਕ ਧਨੀ। ਤੇ ਅਖੀਰ ਵਿੱਚ ਜਾ ਕੇ ਮਹਾਰਾਜ ਨੇ ਤੱਤ ਕੱਢ ਦਿੱਤਾ, ਜਿਤ ਕੋ ਲਾਇਆ ਤਿਤ ਹੀ ਲਗਾਨਾ। ਜਿਸ ਪਾਸੇ ਵੱਲ ਤੋਂ ਜੀਵਾਂ ਨੂੰ ਲਾਇਆ ਹੋਇਆ ਹੈ, ਜੀਵ ਉਸ ਪਾਸੇ ਵੱਲ ਹੀ ਲੱਗੇ ਹੋਏ ਹਨ। ਕਿਉਂਕਿ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਣੈ। ਜੈਸਾ ਖੇਲ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਣੇ ਵਾਲੀ ਗੱਲ ਜਿਹੜੀ ਨਾ ਮਹਾਰਾਜ ਅਖੀਰ ਵਿੱਚ ਆਖਦੇ ਹਨ, ਜਿਸ ਪਾਸੇ ਵੱਲ ਵਾਹਿਗੁਰੂ ਜੀ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ, ਜੀਵ ਉਸ ਪਾਸੇ ਵੱਲ ਹੀ ਲੱਗੇ ਹੋਏ ਹਨ। ਨਾ ਕੋ ਮੂੜ ਨਹੀਂ ਕੋ ਸਿਆਣਾ। ਨਾ ਕੋਈ ਆਪਾਂ ਮੂਰਖ ਕਹਿ ਸਕਦੇ ਹਾਂ, ਨਾ ਕੋਈ ਸਿਆਣਾ ਕਹਿ ਸਕਦੇ ਹਾਂ, ਕਿਉਂਕਿ ਸਾਰੇ ਹੈ ਹੀ ਰੱਬ ਦੇ ਬੰਦੇ ਨੇ। ਰੱਬ ਸਾਰਿਆਂ ਵਿੱਚ ਹੈ, ਸਾਰਿਆਂ ਨੂੰ ਰੱਬ ਨੇ ਬਣਾਇਆ। ਤੇ ਮਹਾਰਾਜ ਆਖਦੇ ਨੇ ਕਿਹਨੂੰ ਮੂਰਖ ਆਖੀਏ, ਕਿਹਨੂੰ ਸਿਆਣਾ ਆਖੀਏ। ਕਰ ਕਿਰਪਾ ਜਿਸ ਦੀਵੈ ਨਾਉ। ਹੁਣ ਇਹ ਧਿਆਨ ਵਿੱਚ ਰੱਖਣਾ ਹੈ, ਕਰ ਕਿਰਪਾ ਜਿਸ ਦੇਵੈ ਨਾਉ। ਜਿਹਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਵਾਹਿਗੁਰੂ ਪਰਮਾਤਮਾ ਦਿੰਦਾ ਹੈ। ਜਾਗਣ ਵਾਲੇ ਤਾਂ ਬੜੇ ਨੇ, ਪਰ ਸਾਧ ਸੰਗਤ ਕਿ ਹਰ ਇੱਕ ਨੂੰ ਅੰਮ੍ਰਿਤ ਵੇਲੇ ਨਾਮ ਦੀ ਦਾਤ ਪ੍ਰਾਪਤ ਹੁੰਦੀ। ਮਹਾਰਾਜ ਪਾਵਨ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਨਾ, ਇਹ ਦਾਤ ਵਾਹਿਗੁਰੂ ਦੇ ਹੱਥ ਵਿੱਚ ਹੈ। ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਦਰ ਕਰੇ ਤਾਂ ਸਿਮਰਿਆ ਜਾਏ। ਮਹਾਰਾਜ ਕਿਰਪਾ ਕਰਦੇ ਨੇ, ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਕਰ ਕਿਰਪਾ ਜਿਸ ਦੇਵੈ ਨਾਮ। ਜਿਹਨੂੰ ਉਹ ਕਿਰਪਾ ਕਰਕੇ ਨਾਮ ਦੀ ਦਾਤ ਦਿੰਦਾ ਹੈ। ਨਾਨਕ ਤਾਂ ਕੈ ਬਲ ਬਲ ਜਾਓ। ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਕਿਰਪਾ ਕਰਦੇ ਨੇ, ਜਿਨ੍ਹਾਂ ਨੂੰ ਤੂੰ ਵਾਹਿਗੁਰੂ ਪਰਮਾਤਮਾ ਮਨੁੱਖਾ ਦੇਹੀ ਦੇ ਕੇ, ਬਾਕੀ ਸਾਰੇ ਕੰਮਾਂ ਤੋਂ ਬਚਾ ਕੇ ਆਪਣੇ ਨਾਮ ਦੀ ਦਾਤ ਦੇ ਦਿੰਦਾ ਹੈ। ਮੈਂ ਉਹਨਾਂ ਤੋਂ ਸਦਕੇ ਜਾਂਦਾ, ਬਲਿਹਾਰ ਜਾਨਾ, ਹਉ ਕੁਰਬਾਨੇ ਜਾਉ ਤਿਨਾ ਕੇ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ। ਜਿਹੜੇ ਤੇਰਾ ਨਾਂ ਲੈਂਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਵਾਂ, ਉਹਨਾਂ ਤੋਂ ਮੈਂ ਬਲਿਹਾਰ ਜਾਂਦਾ ਹਾਂ।
ਇੱਕ ਬਚਨ ਆਪਾਂ ਪੜ੍ਹਦੇ ਹਾਂ ਨਾ, ਪਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਪਿਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੂੰ ਸਮਾਏ, ਮੈਂ ਦਰ ਮੰਗਤ ਭੇਖਿਆ ਪਾਏ, ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜਨਾ, ਚੰਦਨ ਭਗਤਾ ਜੋਤ ਅਨੇਹੀ, ਸਰਬੇ ਪਰਮਲ ਕਰਨਾ, ਘੇ ਪਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਨ ਮੈਂ ਹੋਏ, ਤੇਰੇ ਨਾਮ ਨਿਵੇਂ ਰਹੇ ਲਿਵਲਾਏ, ਨਾਨਕ ਤਿਨ ਦਰ ਭੇਖਿਆ ਪਾਏ। ਬਸ ਨਾਮ ਸਿਮਰਨ ਵਾਲੇ ਜਿਹੜੇ ਨੇ ਪਿਆਰਿਓ, ਦੁਨੀਆ ਦੀ ਕਿਰਤ ਵਿਰਤ ਵਿਹਾਰ ਕਰਦਿਆ ਉਹਨਾਂ ਦਾ ਸੰਗ ਮੰਗਿਆ ਕਰੀਏ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ, ਆਪ ਜੀ ਦਾ ਨਾਮ ਚਿਤ ਆਵੇ, ਲੋਕ ਨਾਲ ਪਰਲੋਕ ਸੌਰੇਗਾ। ਮੁਖ ਵਾਕ ਵੀ ਤੇ ਲੜੀਵਾਰ ਸ਼ਬਦ ਵੀ ਸਾਨੂੰ ਇਹ ਪ੍ਰੇਰਨਾ ਕਰਦਾ ਹੈ, ਰਹਿਣਾ ਸੰਸਾਰ ਵਿੱਚ ਹੈ, ਰਹਿਣਾ ਪਰਿਵਾਰ ਵਿੱਚ ਹੈ, ਆਪਣੀ ਜ਼ਿੰਮੇਵਾਰੀ ਵੀ ਨਿਭਾਣੀ ਹੈ ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਵੀ ਬਣਨਾ ਹੈ। ਲੋਕ ਨਾਲ ਪਰਲੋਕ ਸੌਰੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਣਾ, ਕਰ ਕਿਰਪਾ ਜਿਸ ਦੇਵੈ ਨਾਉ, ਨਾਨਕ ਤਾਕੈ ਬਲ ਬਲ ਜਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।